श्री वाहिगुरु साहिब जीओ। तीर्थ तीर्थ प्रभ आया, परया तो शरणाय। नानक की प्रभ बेनती, अपनी भक्ति लाय। विसरना ही दातार, अपना नाम देहो। गुण गावा दिन रात, नानक चाओ एहो। सतनाम श्री वाहिगुरु साहिब जीओ। थाप्या ना जाए, कीता ना होए। आपे आप निरंजन सोए। जिन सेविया तिन पाया मान। नानक गाविया गुणी निधान। गाविया सुनिया मन रखिया भाओ। दुख पर हर सुख घर ले जाए। गुरमुख नादम गुरमुख वेदम। गुरमुख रहया समाई। गुर ईश्वर गुर गोरख बर्मा गुर पार्वती माई। जे हों जाना आखा नाही। कहना कथन ना जाई। गुरा एक देह बुझाई। सबना जिया का एक दाता। सो मैं विसर ना जाई। वाहिगुरु जी का खालसा, वाहिगुरु जी की फतेह। सतनाम श्री वाहिगुरु साहिब जीओ। दंडौत बंदन अनक बार। सर्ब कला समरथ। डोलन तेरा कहो प्रभु। नानक दे कर हथ। कहाँ बुद्ध प्रभ तुष हमारी। बरन सकह महिमा जो तिहारी। हम न सकत कर सिफत तुम्हारी। आप ले हो तुम कथा सुधारी। मूक ऊचरा शास्त्र खट। पिंग गिरन चढ़ जाए। अंध लखै बदरो सुनै। जो काल कृपा कराए। एकंकारा सतगुरु। जेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। धन धन सतगुरु श्री गुरु ग्रंथ साहिब जी दे पावन चरण कमलों विखे
ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਸਤ ਸੰਗਤ ਦੀ ਪ੍ਰਾਪਤੀ ਹੋ ਰਹੀ ਹੈ। ਸਤ ਸੰਗਤ ਸਾਧ ਪਾਈ ਵੱਡ ਭਾਗੀ, ਮਨ ਚਲ ਤਉ ਭਇਓ ਅਰੂੜਾ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ। ਰੱਬੀ ਬਾਣੀ ਦੇ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਜੋ ਲੜੀਵਾਰ ਗੁਰਬਾਣੀ ਦੀ ਕਥਾ ਆਰੰਭ ਕੀਤੀ ਗਈ ਹੈ, ਜਪਜੀ ਸਾਹਿਬ ਜੀ ਦੀ ਕਥਾ ਆਪ ਜੀ ਹਰ ਰੋਜ਼ ਸਰਵਣ ਕਰ ਰਹੇ ਹੋ। 4 ਪੌੜੀਆਂ ਤੱਕ ਆਪ ਜੀ ਨੇ ਪਿਛਲੇ ਸਮੇਂ ਅੰਦਰ ਕਥਾ ਵਿਚਾਰ ਸਰਵਣ ਕੀਤੀ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਕੱਲ ਤਾਰਨ ਗੁਰੂ ਨਾਨਕ ਆਇਆ। ਜਗਤ ਨੂੰ ਤਾਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਨਿਰਗੁਣ ਤੇ ਸਰਗੁਣ ਥੀਆ ਆਪਣਾ ਸਰੂਪ ਪ੍ਰਕਾਸ਼ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਮੇਰ ਪਰਬਤ ਦੇ ਉੱਪਰ ਸਿੱਧਾਂ ਦੇ ਨਾਲ ਇਹ ਗੋਸ਼ਟ ਕਰ ਰਹੇ ਨੇ। ਚਰਚਾ ਹੋ ਰਹੀ ਹੈ ਉਹ ਸਿੱਧ ਜਿਹੜੇ ਮੰਗਣ ਵਾਸਤੇ ਤਾਂ ਆਉਂਦੇ ਨੇ ਗ੍ਰਸਤੀਆਂ ਦੇ ਪਾਸ, ਪਰ ਗ੍ਰਸਤੀਆਂ ਦੀ ਨਿੰਦਾ ਕਰਦੇ ਨੇ ਤੇ ਪਹਾੜਾਂ ਦੇ ਵਿੱਚ ਜਾ ਲੁਕੇ ਨੇ ਤੇ ਜਗਤ ਦੇ ਵਿੱਚ ਅੰਧਾ ਧੁੰਦ ਵਰਤ ਰਹੀ ਹੈ, ਪਾਪੇ ਦਾ ਵਰਤਾਰਾ ਵਰਤ ਰਿਹਾ ਹੈ। ਤੇ ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਸਮੇਰ ਪਰਬਤ ਦੇ ਉੱਪਰ ਪਹੁੰਚੇ ਨੇ। 4 ਪੌੜੀਆਂ ਦੇ ਅੰਦਰ ਆਪ ਜੀ ਨੇ ਜੋ ਗੋਸ਼ਟ ਹੋਈ ਹੈ ਉਹ ਸਰਵਣ ਕੀਤੀ ਹੈ। ਅੱਗੇ ਜੋ 5ਵੀਂ ਪੌੜੀ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹ ਆਪਾਂ ਰਲ ਕੇ ਵਿਚਾਰ ਸਾਂਝੀ ਕਰਨੀ ਹੈ। ਆਓ ਸਭ ਤੋਂ ਪਹਿਲਾਂ ਗੁਰਦੇਵ ਪਿਤਾ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਦੇ ਤਾਰਨਹਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਓ ਬਚਨ ਕਰ ਰਹੇ ਹਨ। ਪ੍ਰੇਮ ਸਹਿਤ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਰੰਜਨ ਸੋਏ। ਆਪ ਜੀ ਨੇ ਪਿਛਲੀ ਪੌੜੀ ਦੇ ਅੰਦਰ ਵਿਚਾਰ ਸਰਵਣ ਕੀਤੀ ਹੈ। ਸਾਚਾ ਸਾਹਿਬ ਸਾ ਚੁਨਾਏ, ਉਹ ਜਿਹੜਾ ਪਰਮੇਸ਼ਰ ਹੈ ਉਹ ਸੱਚਾ ਹੈ ਤੇ ਉਸ ਦਾ ਨਾਮ ਵੀ ਸੱਚਾ ਹੈ। ਤੇ ਸਿੱਧਾਂ ਨੇ ਹੁਣ ਸਤਿਗੁਰੂ ਪਾਤਸ਼ਾਹ ਜੀ ਨੂੰ ਇਹ ਸਵਾਲ ਕਰ ਦਿੱਤਾ, ਮਹਾਰਾਜ ਉਹ ਪਰਮੇਸ਼ਰ ਕਿਸ ਨੇ ਪੈਦਾ ਕੀਤਾ ਹੈ? ਉਸ ਦਾ ਜੋ ਅਹੁਦਾ ਹੈ, ਉਸ ਅਹੁਦੇ ਉੱਪਰ ਉਸ ਨੂੰ ਸਥਾਪਨ ਕਰਨ ਵਾਲਾ ਕੌਣ ਹੈ? ਸੁਸ਼ੋਭਿਤ ਕਰਨ ਵਾਲਾ ਕੌਣ ਹੈ? ਮਹਾਰਾਜ ਇਹ ਗੱਲ ਖੋਲ ਕੇ ਸਾਨੂੰ ਦੱਸੋ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਉਹ ਜੋ ਪਰਮੇਸ਼ਰ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਥਾਪਿਆ ਨਾ ਜਾਏ। ਉਹ ਸਦਾ ਸਥਿਰ ਰਹਿਣ ਵਾਲਾ ਹੈ, ਉਹ ਕਿਸੇ ਦਾ ਸਥਾਪਨ ਕੀਤਾ ਹੋਇਆ ਨਹੀਂ। ਹਰ ਇੱਕ ਅਹੁਦੇ ਤੇ ਕੋਈ ਵੀ ਮਨੁੱਖ ਬੈਠਾ ਹੈ, ਪ੍ਰਧਾਨ ਮੰਤਰੀ ਦੇ ਅਹੁਦੇ ਤੇ ਮਨੁੱਖ ਬੈਠਾ ਹੈ ਤਾਂ ਲੋਕਾਂ ਦਾ ਚੁਣਿਆ ਹੋਇਆ। ਕੋਈ ਕਿਸੇ ਰਾਜਗੱਦੀ ਦੇ ਉੱਪਰ ਬੈਠਾ ਹੈ, ਉਹ ਜੱਦੀ ਪੁਸ਼ਤੀ ਰਾਜਗੱਦੀ ਚੱਲੀ ਆਉਂਦੀ ਹੈ, ਉਸ ਦਾ ਵੀ ਤਿਲਕ ਕੀਤਾ ਜਾਂਦਾ ਹੈ। ਪਰ ਪਰਮੇਸ਼ਰ ਹੈ, ਉਸ ਦਾ ਤਿਲਕ ਕੋਈ ਨਹੀਂ ਕਰਦਾ ਤੇ ਉਸ ਦਾ ਆਸਣ ਸਦਾ ਸਥਿਰ ਹੈ ਤੇ ਉਹ ਕਿਸੇ ਦਾ ਵੀ ਥਾਪਿਆ ਹੋਇਆ ਨਹੀਂ, ਕੀਤਾ ਨਾ ਹੋਏ ਤੇ ਨਾ ਹੀ
ਉਹ ਉਸ ਨੂੰ ਕੋਈ ਪੈਦਾ ਕਰਨ ਵਾਲਾ ਹੈ। ਉਹ ਆਪ ਸਹਿਭੰ ਸੋਤੇ ਸਰੂਪ ਪ੍ਰਕਾਸ਼ ਰੂਪ ਹੈ। ਆਪੇ ਆਪ ਨਿਰੰਜਨ ਸੋਏ, ਉਹ ਆਪਣੇ ਆਪ ਤੋਂ ਹੀ ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਧਾਰ ਲੈਂਦਾ ਹੈ ਤੇ ਆਪਣੇ ਆਪ ਤੋਂ ਹੀ ਕੁਦਰਤ ਨੂੰ ਬਣਾ ਦਿੰਦਾ ਹੈ ਤੇ ਆਪਣੇ ਆਪ ਤੋਂ ਹੀ ਕੁਦਰਤ ਸੰਸਾਰ ਦੀ ਲੈਟਾ ਕਰ ਦਿੰਦਾ ਹੈ, ਸੰਸਾਰ ਦੀ ਉਤਪਤੀ ਕਰ ਦਿੰਦਾ ਹੈ। ਅਰਬਦ ਨਰਬਦ ਤੁੰਦੂ ਕਾਰਾ ਧਰਨ ਨਾ ਗਗਨਾ ਪਾਉਣ ਉਪਾਰਾ। ਜਦੋਂ ਸਭ ਕੁਝ ਤੁੰਦੂਕਾਰ ਸੀ ਉਸ ਸਮੇਂ ਵੀ ਪਰਮੇਸ਼ਰ ਸੀ। ਜਦੋਂ ਸੰਸਾਰ ਦੀ ਉਤਪਤੀ ਹੋਈ ਉਸ ਸਮੇਂ ਵੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੋਈ ਹੈ ਤੇ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਨਿਰਅੰਜਨ, ਉਹ ਮਾਇਆ ਕਾਲਖ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ। ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕੀਤੀ ਹੈ, ਸੇਵਾ ਕੀਤੀ ਹੈ, ਉਹਨਾਂ ਨੂੰ ਸੰਸਾਰ ਦੇ ਅੰਦਰ ਵਡਿਆਈ ਮਾਨ ਪ੍ਰਾਪਤ ਹੋਇਆ ਹੈ। ਜਿਤਨੇ ਸੰਸਾਰ ਦੇ ਅੰਦਰ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਸੰਸਾਰ ਦੇ ਅੰਦਰ ਵਡਿਆਈ ਮਿਲੀ ਹੈ। ਕਬੀਰ ਭਗਤ ਜੀ ਹੋਏ ਨੇ, ਸੰਸਾਰ ਦੇ ਲੋਕਾਂ ਨੇ ਉਹਨਾਂ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕੀਤੀ ਕਿ ਪਰਮੇਸ਼ਰ ਦਾ ਨਾਮ ਬੰਦਗੀ ਸਿਮਰਨ ਨਹੀਂ ਕਰਨਾ, ਪਰ ਉਹ ਦੁੱਖ ਦੇਣ ਵਾਲਿਆਂ ਨੂੰ ਅੱਜ ਕੋਈ ਨਹੀਂ ਯਾਦ ਕਰਦਾ। ਪਰ ਭਗਤ ਕਬੀਰ ਜੀ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਤੇ ਉਹ ਸਦਾ ਸਥਿਰ ਹੈ। ਇਸੇ ਤਰ੍ਹਾਂ ਭਗਤ ਪ੍ਰਹਿਲਾਦ ਜੀ, ਜਿਤਨੇ ਭਗਤ ਹਰ ਸੇਵਕਾ ਮੁਖ 8 ਤੀਰਥ ਤਿਲ ਪੁਗੜਾਏ। ਜਿੰਨੇ ਵੀ ਭਗਤ ਹੋਏ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਕਰਨ ਵਾਲੇ, ਬੰਦਗੀ ਕਰਨ ਵਾਲੇ, ਉਹ ਹਮੇਸ਼ਾ ਸਥਿਰ ਨੇ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕੀਤੀ ਹੈ, ਬੰਦਗੀ ਕੀਤੀ ਹੈ, ਉਹਨਾਂ ਨੂੰ ਜਗਤ ਦੇ ਅੰਦਰ ਮਾਣ ਵਡਿਆਈ ਪ੍ਰਾਪਤ ਹੋਈ ਹੈ। ਭਗਤ ਪ੍ਰਹਿਲਾਦ ਜੀ, ਜਲ ਅਗਨੀ ਵਿੱਚ ਕੱਤਿਆ ਜਲੈ ਨਾ ਡੂਬੈ ਗੁਰ ਪ੍ਰਸਾਦ। ਟੂਕ ਮਾਤਰ ਸਾਖੀ ਦੀ ਬੇਨਤੀ ਕਰਦਾ ਜਾਵਾਂ। ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਉਹਨਾਂ ਨੂੰ ਮਾਣ ਵਡਿਆਈ ਪ੍ਰਾਪਤ ਹੋਈ ਹੈ। ਭਗਤ ਪ੍ਰਹਿਲਾਦ ਜੀ, ਜਿਨ੍ਹਾਂ ਦਾ ਦੁਸ਼ਮਣ ਸਕਾ ਪਿਓ ਬਣ ਗਿਆ, ਉਹ ਆਖਣ ਲੱਗਾ ਤੂੰ ਮੇਰਾ ਸਿਮਰਨ ਕਰ, ਰਾਮ ਰਾਮ ਕਹਿਣਾ ਛੱਡ ਦੇ। ਜਲੇ ਹਰਨਾਕਸ ਥਲੇ ਹਰਨਾਕਸ ਇੰਜ ਆਖ। ਘਰ ਦੇ ਵਿੱਚ ਬਰਬਾਦ ਖੜਾ ਹੋ ਗਿਆ, ਕਲੇਸ਼ ਪੈ ਗਿਆ। ਹਰਨਾਕਸ ਨੇ ਆਪਣੇ ਧਰਮ ਸਪਤਰੀ ਨੂੰ ਆਖਿਆ ਕਿ ਮੇਰਾ ਪੁੱਤਰ ਮੇਰਾ ਨਾਮ ਨਹੀਂ ਜਪ ਰਿਹਾ, ਉਹ ਬਗਾਵਤ ਕਰੀ ਬੈਠਾ ਹੈ। ਜੇਕਰ ਘਰ ਵਿੱਚ ਬਗਾਵਤ ਹੋ ਗਈ ਤਾਂ ਦੁਨੀਆ ਦੇ ਲੋਕ ਕਿੰਜ ਮੈਨੂੰ ਮੰਨਣਗੇ। ਤਾਂ ਮਾਤਾ ਨੇ ਆਖਿਆ, ਮਾਤਾ ਉਪਦੇਸਾ ਹੈ, ਪ੍ਰਹਿਲਾਦ ਪਿਆਰੇ ਪੁੱਤਰ ਰਾਮ ਨਾਮ ਛੋਟੋ ਜੀਓ ਲੇਹੋ ਉਬਾਰੇ। ਪਰ ਭਗਤ ਨੇ ਅੱਗੋਂ ਗੱਲ ਆਖੀ, ਗੁਰਬਾਣੀ ਦੇ ਬਚਨ ਨੇ, ਮਾਤਾ ਉਪਦੇਸੇ ਪ੍ਰਹਿਲਾਦ ਪਿਆਰਾ ਪੁੱਤਰ ਰਾਮ ਨਾਮ ਛੋਟੋ ਜੀਓ ਲੇਹੋ ਉਬਾਰੇ। ਪ੍ਰਹਿਲਾਦ ਕਹੈ ਸੁਨੋ ਮੇਰੀ ਮਾਏ, ਰਾਮ ਨਾਮ ਨਾ ਛੋਟਾ ਗੁਰ ਦੀਆ ਬਤਾਏ। ਮੈਨੂੰ ਮੇਰੇ ਗੁਰੂ ਨੇ ਉਪਦੇਸ਼ ਦਿੱਤਾ ਹੈ, ਮੈਂ ਉਹ ਜੋ ਰਮਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਭਗਵਾਨ ਹੈ, ਉਸ ਨੂੰ ਯਾਦ ਕਰਾਂਗਾ। ਕਿਉਂਕਿ ਮੈਂ ਅੱਖੀ ਦੇਖਿਆ ਹੈ ਕਿ ਉਹ ਜੋ ਰਾਮ ਰਮਿਆ ਹੋਇਆ ਹੈ ਉਹ ਅੱਗ ਦੇ ਵਿੱਚ ਵੀ ਰੱਖਿਆ ਕਰਦਾ ਹੈ। ਜੋ ਭਾਂਡੇ ਪਾਏ ਹੋਏ ਸਨ ਅੱਗ ਦੇ ਵਿੱਚ, ਉਹਨਾਂ ਦੇ ਵਿੱਚ ਜੋ ਬਲੂੰਗਰੇ ਸਨ, ਮਾਤਾ ਮੈਂ ਅੱਖੀ ਦੇਖਿਆ ਉਹ ਬਿਲਕੁਲ ਜਿਉਂਦੇ ਸਨ ਤੇ ਉਹਨਾਂ ਦੇ ਮੁਖ ਦੇ ਵਿੱਚ ਭੋਜਨ ਵੀ ਪਿਆ ਹੋਇਆ ਸੀ।
मेरा पिता ये कारज नहीं कर सकता। इस करके मैं उस परमेश्वर की बंदगी करता हाँ। अखीर जल अग्नि विच घत्या जला ना डूपै गुर प्रसाद। हाथ खड़ग कर धाया अत अहंकार। कहते प्रहलाद कोठे विच रखिया बार दिया ताला। प्रहलाद नूं एक हनेरी कोठरी विच डक दिता। बाहरों कहते ताला ला दिता, जिंदरा मार दिता। प्रहलाद कोठे विच रखिया बार दिया ताला। निरभव बालक मूल ना डरई, मेरा अंतर गुर को पाला। सतगुरु पातशाह बचन करते ने, कहते कीता होवै सरीकी करै अनहोता ना उतराया। हरनाक्ष नूं पैदा करने वाला कौन सी? उस मालिक दे हुक्म दे विच सारे शरीर पैदा हुए ने। शरीर पैदा हुए ने, शरीर उस परमेश्वर दे शरीक बन लग पाए। इसे तरह शरीक बन गया हरनाक्ष। हाथ खड़ग कर धाया अत अहंकार। आखन लगा प्रहलाद मैं तेनों हुणे खत्म कर देना। अहंकार दे विच बचन कर रहा, बोल रहा है। हर तेरा कहां तुझ लै उबार। मैं देखना चाहता हाँ तेरा रब किथे है। होया कि भगत सिमरन कर रहा सी, जिन सेविया तिन पाया मान। भगत जना की हर जियो रख है, जुग जुग रखदा आया। प्रहलाद जन तुद राख लै हर जियो, हरनाक्ष मार पचाया। हर तेरा कहां तुझ लै उबार। कहते खिन मह भयान रूप होए निकसिया थम उपाड़। उस थमड़े तत्ते थम दे विचों भयानक रूप धार के वो भगवान आ गया। खिन मह भयान रूप निकसिया थम उपाड़। हरनाक्ष नखी वधारिया। हरनाक्ष दे वार पूरे कर दिते। नखी आखदे नौ, नौहां दे नाल सरदन दे गब्बे रख के, सरदन दे उपर रख के, एक पासा अंदर एक पासा दर दे बाहर कहते रख के उसनूं पाड़ दिता। सारे वार उसके दिते हुए पूरे करके उसनूं पुछया हुण कोई वार रह ते नहीं गया? नौहां दे नाल तैनूं कोई शास्त्र तो नहीं मार लिया? नौहां दे नाल पाड़ दिता। खिन मह भयान रूप होए निकसिया थम उपाड़। हरनाक्ष नखी बितारिया, प्रहलाद लिया उबार। सतगुरु पातशाह बचन करते ने, जिन सेविया तिन पाया मान। जिन्हां ने उस परमेश्वर दी वाहिगुरु दी, अकाल पुरख वाहिगुरु दी बंदगी की है, सेवा की है, उन्होंने जगत के अंदर मान वडियाई मिली है। मान वडियाई तो गल एक आप जी दे नाल सांझी कर जावां। सेवा, सेवा जो है, सेवा ते सिमरन, ये जीवन दे अंदर बहुत महत्ता रखते हैं। पर सेवा करन दियां कुछ सतगुरु वालों कंडीशनां लाइया गई ने। कहते जेकर सेवादार दे अंदर आ अवगुण ने, वो सेवा कीती प्रवान नहीं। महाराज केड़े? कहते काम ना विसरियो, क्रोध ना विसरियो, लोभ ना छूटियो देवा। पर निंदा मुख ते नहीं छूटी, निफाल भई सब सेवा। सेवा असीं परमेश्वर दी करते हैं, सेवा वाहिगुरु दी करते हैं। पर वाहिगुरु अकाल पुरख श्री गुरु ग्रंथ साहिब सच्चे पातशाह जी नूं पुछिए, महाराज की तुसी मेरी कीती हुई सेवा तो खुश हो? तो सतगुरु पातशाह दसणगे कि जेकर तेरे अंदर ए अवगुण ने तो तेरी कीती हुई सेवा सफल नहीं। जेकर तू काम दे विच ग्रसिया होया है, हे कामं नरक विश्रामं बहु जोनी परमावण है। चित हरणं त्रै लोक गम्यं जप तप सील विदारण है। नरकां दे विच विश्राम कराउण दा मुढ़ला कारण कहते काम है। जेकर सेवादार दे अंदर
ਇੱਕ ਇਹ ਅਵਗੁਣ ਹੈ, ਉਹਦੀ ਸੇਵਾ ਸਫਲ ਨਹੀਂ। ਦੂਸਰਾ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ। ਜੇਕਰ ਸੇਵਾਦਾਰ ਕ੍ਰੋਧੀ ਹੈ, ਸਤਿਗੁਰੂ ਪਾਤਸ਼ਾਹ ਗੁਰਬਾਣੀ ਦੇ ਅੰਦਰ ਬਚਨ ਕਰਦੇ ਨੇ, ਹੇ ਕਲ ਮੂਲ ਕ੍ਰੋਧੰ ਕਦਾਂਚ ਕਰੁਣਾ ਨਾ ਉਪਰਜਤੇ। ਜਦੋਂ ਕਹਿੰਦੇ ਕ੍ਰੋਧ ਆਉਂਦਾ ਹੈ, ਮਨੁੱਖ ਦੇ ਅੰਦਰ ਪੈਦਾ ਹੁੰਦਾ ਹੈ ਕ੍ਰੋਧ, ਕਦਾਂਚ ਕਰੁਣਾ ਨਾ ਉਪਰਜਤੇ। ਮਨੁੱਖ ਦੇ ਅੰਦਰ ਦਇਆ ਪੈਦਾ ਨਹੀਂ ਹੋਣ ਦਿੰਦਾ। ਵਿਖਿਆੰਤ ਜੀਵੰ ਵਸਿਅੰ ਕ੍ਰੋਧ ਨਿਰਦਿਅੰ ਕ੍ਰੋਧ ਜਥਾ ਮਰਕਟਾ ਹੈ। ਕ੍ਰੋਧ ਜਦੋਂ ਆਉਂਦਾ ਹੈ, ਵਿਸ਼ਈ ਲੋਕ ਕਹਿੰਦੇ ਕ੍ਰੋਧ ਦੇ ਵਸ ਹੁੰਦੇ ਨੇ। ਤੂੰ ਸੇਵਾਦਾਰ ਹੋ ਕੇ ਕ੍ਰੋਧ ਦੇ ਵਸ ਹੈ। ਕਹਿੰਦੇ ਜਦੋਂ ਕ੍ਰੋਧ ਆਉਂਦਾ ਏ ਤਾਂ ਮਨੁੱਖ ਨੂੰ ਨਿਰਦਿਅੰ ਕ੍ਰੋਧ ਜਥਾ ਮਰਕਟਾ ਹੈ। ਸੰਸਕ੍ਰਿਤ ਸਤਿਗੁਰੂ ਪਾਤਸ਼ਾਹ ਜੀ ਦੇ ਬਾਣੀ ਸਹਿਸਕ੍ਰਿਤੀ ਦੇ ਅੰਦਰ ਬਚਨ ਨੇ, ਨਿਰਦਿਅੰ ਆਖਦੇ ਨਾਚ, ਮਰਕਟਾ ਆਖਦੇ ਬਾਂਦਰ ਨੂੰ। ਬਾਂਦਰ ਵਾਂਗ ਕ੍ਰੋਧੀ ਮਨੁੱਖ ਨੂੰ ਨਚਾ ਦਿੰਦਾ ਹੈ ਕ੍ਰੋਧ। ਕਹਿੰਦੇ ਜੇਕਰ ਸੇਵਾਦਾਰ ਹੋ ਕੇ ਤੇਰੇ ਅੰਦਰ ਕ੍ਰੋਧ ਹੈ ਤਾਂ ਕਿ ਤੇਰੀ ਸੇਵਾ ਸਫਲ ਨਹੀਂ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ। ਜੇਕਰ ਲੋਭੀ ਹੈ ਤਾਂ ਕਿ ਸੇਵਾ ਸਫਲ ਨਹੀਂ। ਅਖੀਰਲੀ ਗੱਲ ਆਖੀ, ਕਹਿੰਦੇ ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਪਰਾਈ ਨਿੰਦਾ ਕਰੀ ਜਾ ਰਿਹਾ ਹੈ, ਗੁਰੂ ਘਰ ਦਾ ਸੇਵਾਦਾਰ ਹੋ ਕੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿੱਖ ਹੋ ਕੇ ਪਰਾਈ ਨਿੰਦਾ ਦੁਆਲੇ ਲੱਗਾ ਹੋਇਆ ਹੈ, ਮੁਖ ਤੋਂ ਪਰਾਈ ਨਿੰਦਾ ਕਰੀ ਜਾ ਰਿਹਾ ਹੈ, ਤੇ ਕਹਿੰਦੇ ਤੇਰੀ ਸੇਵਾ ਸਫਲ ਨਹੀਂ। ਸੇਵਾਦਾਰ ਨੂੰ ਆ ਕੇ ਗੁਰੂ ਪਾਤਸ਼ਾਹ ਜੀ ਤੋਂ ਇਹ ਗੱਲ ਪੁੱਛਣੀ ਚਾਹੀਦੀ ਹੈ, ਮਹਾਰਾਜ ਮੇਰੀ ਸੇਵਾ ਸਫਲ ਹੈ। ਜੇਕਰ ਇਹ ਅਵਗੁਣ ਦੂਰ ਹੋ ਗਏ ਤੇ ਫਿਰ ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ, ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਸੇਵਾ ਕੀਤੀ ਹੈ ਗੁਰੂ ਪਾਤਸ਼ਾਹ ਜੀ ਦੀ, ਉਹਨਾਂ ਨੂੰ ਜਗਤ ਦੇ ਅੰਦਰ ਮਾਣ ਵਡਿਆਈ ਪ੍ਰਾਪਤ ਹੋਈ ਹੈ। ਨਾਨਕ ਗਾਵੀਐ ਗੁਣੀ ਨਿਧਾਨ। ਕਹਿੰਦੇ ਹੈ ਸਿੱਧੋ, ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਨਾਨਕ ਗਾਵੀਐ ਗੁਣੀ ਨਿਧਾਨ। ਉਹ ਜੋ ਗੁਣਾ ਦਾ ਖਜ਼ਾਨਾ ਹੈ, ਨਿਧਾਨ ਆਖਦੇ ਨੇ ਖਜ਼ਾਨਾ। ਪਰਮੇਸ਼ਰ ਦੇ ਵਿੱਚ ਕੋਈ ਵੀ ਅਵਗੁਣ ਨਹੀਂ। ਸੰਸਾਰ ਦੇ ਅੰਦਰ ਹਰ ਕੋਈ ਮਨੁੱਖ ਅਵਗੁਣਾਂ ਦਾ ਭਰਿਆ ਹੋਇਆ ਹੈ, ਪਰ ਪਰਮੇਸ਼ਰ ਦੇ ਵਿੱਚ ਕੋਈ ਵੀ ਅਵਗੁਣ ਨਹੀਂ। ਉਹ ਗੁਣਾਂ ਦਾ ਖਜ਼ਾਨਾ ਹੈ। ਉਹ ਜੋ ਗੁਣਾਂ ਦਾ ਖਜ਼ਾਨਾ ਹੈ, ਕਹਿੰਦੇ ਉਸ ਨੂੰ ਗਾਵੋ, ਉਸ ਵਾਹਿਗੁਰੂ ਦਾ, ਅਕਾਲ ਪੁਰਖ ਦਾ ਸਿਮਰਨ ਕਰੋ। ਨਾਨਕ ਗਾਵੀਐ ਗੁਣੀ ਨਿਧਾਨ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਜੋ ਬਚਨ ਸਿੱਧਾਂ ਦੇ ਨਾਲ ਸਮੇਰ ਪਰਬਤ ਦੇ ਉੱਤੇ ਕੀਤੇ, ਤੇ ਉਹੀ ਬਚਨ ਕਰਤਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਇਹ ਜਪਜੀ ਸਾਹਿਬ ਸਤਿਗੁਰਾਂ ਨੇ ਸੰਗਤਾਂ ਨੂੰ ਫੇਰ ਦੁਆਰਾ ਉਚਾਰਿਆ ਅਤੇ ਸੰਗਤਾਂ ਨੂੰ ਉਪਦੇਸ਼ ਦਿੱਤਾ। ਨਾਨਕ ਗਾਵੀਐ ਗੁਣੀ ਨਿਧਾਨ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਉਹ ਜੋ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਹੈ, ਉਸ ਨੂੰ ਹਮੇਸ਼ਾ ਗਾਵੋ, ਉਸ ਦਾ ਸਿਮਰਨ ਕਰੋ। ਗਾਵੀਐ ਸੁਣੀਐ ਮਨ ਰਖੀਐ ਭਾਉ। ਬੜੀ ਕਮਾਲ ਦਰਜੇ ਦੀ ਗੱਲ ਸਤਿਗੁਰੂ ਪਾਤਸ਼ਾਹ ਜੀ ਨੇ ਆਖੀ ਹੈ। ਕਹਿੰਦੇ ਗਾਵੀਐ, ਗਾਉਣ ਵਾਲੇ ਬਹੁਤ ਨੇ। ਕੋਈ ਗਾਵਾ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜਾ ਰਾਮ ਰਾਜੇ। ਬੜੇ ਗਾਉਣ ਵਾਲੇ ਨੇ, ਪਰ ਕਹਿੰਦੇ ਗਾਵੀਐ ਸੁਣੀਐ, ਉਸ ਪਰਮੇਸ਼ਰ ਵਾਹਿਗੁਰੂ ਨੂੰ ਗਾਵੀਐ, ਉਸਤਤ ਕਰੀਏ, ਰਸਨਾ ਦੇ ਨਾਲ ਗਾਈਏ। ਸੁਣੀਐ, ਕੰਨਾਂ ਦੇ ਨਾਲ ਉਸ ਵਾਹਿਗੁਰੂ ਦੀ ਬਾਣੀ, ਉਸ ਮਾਲਕ ਦੀ ਉਸਤਤੀ ਸਰਵਣ ਕਰੀਏ। ਪਰ ਮਨ ਰੱਖੀਏ ਭਾਵ, ਮਨ ਦੇ ਵਿੱਚ ਪ੍ਰੇਮ ਰੱਖੀਏ। ਜੇਕਰ ਗਾਉਂਦੇ ਵੀ ਹਾਂ ਅਤੇ ਸੁਣਦੇ ਵੀ ਹਾਂ, ਮਨ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪ੍ਰਤੀ ਸ਼ਰਧਾ ਨਹੀਂ, ਪ੍ਰੇਮ ਨਹੀਂ ਉਪਜਿਆ, ਤਾਂ ਫਿਰ ਉਹ ਗਾਉਣ ਦਾ, ਉਹ ਸੁਣਨ ਦਾ ਕੋਈ ਫਾਇਦਾ ਨਹੀਂ। ਗਾਵੀਐ ਸੁਣੀਐ ਮਨ ਰੱਖੀਐ ਭਾਉ। ਕਹਿੰਦੇ ਮਨ ਦੇ ਵਿੱਚ ਪ੍ਰੇਮ ਧਾਰ ਕੇ ਸ਼ਰਧਾ ਦੇ ਨਾਲ ਗਾਓ। ਐ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਪ੍ਰਤੱਖ ਸਰੂਪ ਹੋ, ਤੁਸੀਂ ਆਪ ਹਾਜ਼ਰਾ ਹਜੂਰ ਹੋ, ਜ਼ਾਹਰਾ ਜ਼ਹੂਰ ਹੋ।
ਤੇ ਇਹ ਜੋ ਮੈਂ ਬਾਣੀ ਗਾ ਰਿਹਾ ਹਾਂ ਆਪ ਜੀ ਨੂੰ ਸੁਣਾ ਰਿਹਾ ਹਾਂ। ਆਪ ਜੀ ਦੇ ਬਚਨ ਪ੍ਰਤੱਖ ਰੂਪ ਆਪ ਜੀ ਨੂੰ ਸਮਝ ਕੇ ਆਪ ਜੀ ਦੇ ਬਚਨ ਸੁਣ ਰਿਹਾ ਹਾਂ। ਕਹਿੰਦੇ ਗਾ ਵੀ ਐ ਸੁਣੀਐ, ਕਹਿੰਦੇ ਗਾਵੋ ਰਸਨਾ ਦੇ ਨਾਲ, ਸੁਣੋ ਕੰਨਾਂ ਦੇ ਨਾਲ, ਪਰ ਮਨ ਦੇ ਵਿੱਚ ਪ੍ਰੇਮ ਧਾਰ ਕੇ ਉਸ ਵਾਹਿਗੁਰੂ ਦੇ ਗੁਣ ਗਾਵੋ ਤੇ ਅਤੇ ਸੁਣੋ। ਦੁਖ ਪਰ ਹਰ ਸੁਖ ਘਰ ਲੈ ਜਾਏ। ਜਦੋਂ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਪਰਮੇਸ਼ਰ ਦੇ ਵਾਹਿਗੁਰੂ ਦੇ ਗੁਣ ਗਾਵਾਂਗੇ ਮਹਾਰਾਜ ਫੇਰ ਕੀ ਹੋਵੇਗਾ? ਕਹਿੰਦੇ ਦੁੱਖ ਪਾਰ ਹਰ, ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਂਗਲ ਬਸ ਲੀਨਾ। ਹੇਤ ਰੋਗ ਕਾ ਸਗਲ ਸੰਸਾਰਾ। ਇਹ ਜੋ ਰੋਗ ਨੇ ਇਹ ਸਾਰੇ ਦੂਰ ਹੋ ਜਾਣਗੇ, ਦੁੱਖ ਦੂਰ ਹੋ ਜਾਣਗੇ, ਦੁੱਖ ਖਤਮ ਹੋ ਜਾਣਗੇ। ਦੁੱਖ ਪਾਰ ਹਰ ਸੁੱਖ ਘਰ ਲੈ ਜਾਏ ਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਮਹਾਰਾਜ ਉਹ ਪਰਮੇਸ਼ਰ ਕੈਸਾ ਹੈ? ਕਹਿੰਦੇ ਉਹ ਪਰਮੇਸ਼ਰ ਗੁਰਮੁਖ ਹੈ, ਮੁਖੀ ਗੁਰੂ ਹੈ। ਗੁਰਮੁਖ ਨਾਦੰ, ਗੁਰਮੁਖ ਨਾਦੰ, ਕਦੇ ਆਪ ਗੁਰਮੁਖ ਬਣ ਕੇ ਸ਼ਬਦ ਗਾਉਂਦਾ ਹੈ ਤੇ ਕਦੇ ਗੁਰਮੁਖ ਬਣ ਕੇ ਉਪਦੇਸ਼ ਕਰਦਾ ਹੈ। ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਜਰਰੇ ਜਰਰੇ ਦੇ ਵਿੱਚ ਰਵਿਆ ਹੋਇਆ ਹੈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਸਿੱਧਾਂ ਨੇ ਬੇਨਤੀ ਕੀਤੀ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਓ ਅਸੀਂ ਮੰਨਦੇ ਹਾਂ ਗੁਰ ਈਸਰ, ਸ਼ਿਵ ਜੀ ਨੂੰ ਗੁਰੂ ਮੰਨਦੇ ਹਾਂ। ਗੁਰ ਗੋ ਰਾਖ, ਗੋ ਆਖ ਦੇ ਧਰਤੀ ਨੂੰ ਰੱਖਿਆ ਕਰਨ ਵਾਲਾ, ਧਰਤੀ ਦੀ ਰੱਖਿਆ ਕਰਨ ਵਾਲਾ ਵਿਸ਼ਨੂੰ। ਬਰਮਾ ਗੁਰ ਤੇ ਬ੍ਰਹਮਾ ਨੂੰ ਗੁਰੂ ਮੰਨਦੇ ਹਾਂ ਤੇ ਪਾਰਬਤੀ ਨੂੰ ਮਾਤਾ ਮੰਨਦੇ ਹਾਂ। ਤੇ ਤੁਹਾਡਾ ਵੀ ਗੁਰੂ ਹੈ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਸੁਮੇਰ ਪਰਬਤ ਦੇ ਉੱਪਰ ਜਾ ਕੇ ਬਚਨ ਕੀਤੇ ਸਨ ਕਿ ਜਦੋਂ ਪੁੱਛਿਆ ਸਿੱਧਾਂ ਨੇ ਤੁਹਾਡਾ ਗੁਰੂ ਕੌਣ ਹੈ ਤਾਂ ਸਤਿਗੁਰਾਂ ਨੇ ਬਚਨ ਕੀਤੇ ਸਨ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਜੇਕਰ ਤੁਸੀਂ ਮੰਨਦੇ ਹੋ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਸਾਡਾ ਅਕਾਲ ਪੁਰਖ ਹੀ ਸ਼ਿਵ ਜੀ ਹੈ। ਸ਼ਿਵ ਜੀ ਦੀ ਨਿਆਈ ਉਹ ਸੰਸਾਰ ਦੀ ਲੈਤਾ ਕਰਦਾ ਹੈ। ਇਸੇ ਤਰ੍ਹਾਂ ਗੁਰ ਗੋਰਖ ਜੋ ਵਿਸ਼ਨੂੰ ਹੈ ਅਤੇ ਬਰਮਾ ਗੁਰ ਬ੍ਰਹਮਾ ਹੈ ਤੇ ਪਾਰਬਤੀ ਮਾਈ। ਜਦੋਂ ਇਹ ਅਰਥ ਸਪਸ਼ਟ ਨਾ ਹੋਏ ਤਾਂ ਗੁਰਬਾਣੀ ਦੇ ਅੰਦਰੋਂ ਅਰਥ ਸਪਸ਼ਟ ਕਰਨ ਵਾਸਤੇ ਸ਼ਬਦ ਆਇਆ ਕਿ ਜੇਕਰ ਗੁਰੂ ਗੋਰਖ ਹੈ, ਗੁਰੂ ਬ੍ਰਹਮਾ ਹੈ, ਵਿਸ਼ਨੂੰ ਗੁਰੂ ਹੈ ਤੇ ਪਾਰਬਤੀ ਮਾਈ ਹੈ ਤੇ ਸ਼ਿਵ ਜੀ ਗੁਰੂ ਹੈ, ਤਾਂ ਫਿਰ ਸਤਿਗੁਰਾਂ ਨੇ ਸਾਨੂੰ ਅਕਾਲ ਪੁਰਖ ਦੇ ਲੜ ਕਿਉਂ ਲਾਇਆ? ਜੇ ਜਪਜੀ ਸਾਹਿਬ ਜੀ ਦੇ ਅੰਦਰ ਇਹ ਸਪਸ਼ਟ ਰੂਪ ਦੇ ਵਿੱਚ ਲਿਖਿਆ ਹੈ ਸਾਡੇ ਗੁਰੂ ਗੁਰ ਬ੍ਰਹਮਾ ਹੈ, ਸ਼ਿਵ ਜੀ ਤੇ ਵਿਸ਼ਨੂੰ ਹੈ। ਇਹਨਾਂ ਬਾਰੇ ਬਚਨ ਆਏ ਹਨ ਗੁਰਬਾਣੀ ਦੇ ਅੰਦਰ। ਕਹਿੰਦੇ ਭਗਤ ਨਾਮਦੇਵ ਜੀ ਦੀ ਰਸਨਾ ਤੋਂ ਪਾਂਡੇ ਤੁਮਰੀ ਗਾਇਤਰੀ लोधे का खेत खाती थी लेकर खेगा टगरी तोरी लांगत लांगत जाती थी। पांडे तुमरा रामचंद सोपी आवत देखा था। कहते पांडे तुमरा महादेव धौले बलद चढ़िया आवत देखा था। मोदी के घर खाना पाका वाका लड़का मारिया था। कहते शिव जी नूं धौले बलद दे उपर चढ़िया आंदा देखिया पर भुख लगी हुई सी। बाहर पार्वती ने जो अपने बटना बना के गणेश नूं खड़ा किया होया सी, शिव जी आए। मिथ्यास भावें इस साखी मन लीजिए।
ਤੇ ਕਹਿੰਦੇ ਅੰਦਰ ਜਾਣ ਵਾਸਤੇ ਉਸਨੇ ਗਣੇਸ਼ ਦਾ ਗਲਾ ਕੱਟ ਦਿੱਤਾ। ਕਹਿੰਦੇ ਨਿਰਦਈ ਹੈ। ਕਹਿੰਦੇ पांडे तुमरा महादेव तौले बल्द चढ़िया आवत देखिया था, मोती के का खाना पाका वाका लड़का मारिया था। पांडे तुमरा रामचंद सोपी आवत देखिया था, रावण सेती सरबर हुई घर की जोए गवाई थी। हिंदू अन्ना तुरकू काना दोहां ते ज्ञानी सियाणा, हिंदू पूजा देहोरा मुसलमान मसीत, नामे सोई सेविया जह देहोरा ना मसीत। वो अकाल पुरख वाहिगुरु ना देहोरे विच बसदा है ना मसीत विच। ਕਹਿੰਦੇ ਮੈਂ ਉਸ ਪਰਮੇਸ਼ਰ ਨੂੰ ਯਾਦ ਕਰਦਾ ਹਾਂ। ਇਸ ਕਰਕੇ ਗੁਰ ਈਸਰ ਗੁਰ ਗੋਰਖ ਸਾਡੇ ਉਹ ਅਕਾਲ ਪੁਰਖ ਹੀ ਵਾਹਿਗੁਰੂ ਸਭ ਕੁਛ ਹੈ। ਗੁਰ ਈਸਰ ਗੁਰ ਗੋਰਖ ਬਾਰਮਾ ਗੁਰ ਪਾਰਬਤੀ ਮਾਈ, ਅਤੇ ਉਹ ਅਕਾਲ ਪੁਰਖ ਹੀ ਸਾਡਾ ਸਭ ਕੁਛ ਹੈ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਜੇਕਰ ਮੈਂ ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਕਹਿਣਾ ਚਾਹਾਂ ਤਾਂ ਕਹਿ ਨਹੀਂ ਸਕਦਾ। ਸੰਸਾਰ ਦੇ ਅੰਦਰ ਕੋਈ ਵੀ ਉਸ ਮਾਲਕ ਦੇ ਗੁਣਾਂ ਨੂੰ ਕਹਿਣਾ ਚਾਹੇ ਉਹ ਕਹਿ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਕਹਿੰਦੇ ਵੱਡੇ ਵੱਡੇ ਮੁੱਲ ਦੇਵਤੇ ਕਈ ਜੁਗ ਤਿਨੀ ਤਾਨੁ ਤਾਇਆ, ਕਿਨੀ ਤਰ੍ਹਾਂ ਅੰਤ ਨਾ ਪਾਇਆ। ਸਤਜੁਗ ਦੇ ਅੰਦਰ ਲੱਖ ਵਰਿਆਂ ਦੀ ਆਰਜਾ, ਲੱਖਾਂ ਵਰਿਆਂ ਦੀ ਉਮਰਾਂ ਸੀ, ਤੇ ਉਸ ਦੇ ਵਿੱਚ ਵੀ ਯਤਨ ਕੀਤੇ ਗਏ ਪਰਮੇਸ਼ਰ ਦੇ ਗੁਣਾਂ ਦੇ, ਗਾ ਕੇ ਕਿ ਪਰਮੇਸ਼ਰ ਦਾ ਅੰਤ ਪਾ ਲਈਏ, ਨਹੀਂ ਪਾਇਆ। ਇਸੇ ਤਰ੍ਹਾਂ ਤ੍ਰੇਤੇ ਅੰਦਰ ਦੁਆਪਰ ਅੰਦਰ ਬੜੇ ਯਤਨ ਕੀਤੇ ਗਏ, ਪਰ ਉਸ ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਿਆ। ਅੰਤ ਪਾਉਣ ਵਾਲੇ ਆਪ ਉਹਨਾਂ ਦਾ ਅੰਤ ਹੋ ਗਿਆ। ਜੇ ਹੋ ਜਾਣਾ ਆਖਾ ਨਾਹੀ, ਜੇ ਮੈਨੂੰ ਸਮਝ ਆ ਵੀ ਜਾਵੇ ਤਾਂ ਵੀ ਮੈਂ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾ ਨਹੀਂ ਸਕਦਾ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਇਹ ਅਰਦਾਸ ਹੈ। ਗੁਰਾ ਐ ਅਕਾਲ ਪੁਰਖ ਵਾਹਿਗੁਰੂ, ਇੱਕ ਦੇਹ 부ਝਾਈ। ਸਿੱਖ ਨੂੰ ਇਹ ਹਮੇਸ਼ਾ ਅਰਦਾਸ ਕਰਨੀ ਚਾਹੀਦੀ ਹੈ। ਮੈਨੂੰ ਮਹਾਰਾਜ ਇਹ ਸਮਝ ਦੇ, 부ਝਾਈ ਆਖਦੇ ਨੇ ਸਮਝ। ਦੂਸਰੇ ਅਰਥਾਂ ਦੇ ਵਿੱਚ ਗੁਰਾ ਜੋ ਸ਼ਬਦ ਗੁਰੂ ਹੈ, ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹਨਾਂ ਨੇ ਇਹ ਸੋਝੀ ਬਖਸ਼ਿਸ਼ ਕਰ ਦਿੱਤੀ ਹੈ। ਗੁਰਾ ਇੱਕ ਦੇਹ 부ਝਾਈ, ਇੱਕ ਸਮਝ ਦੇ ਦਿੱਤੀ ਹੈ। ਸਭਨਾ ਜੀਆਂ ਕਾ ਏਕੋ ਦਾਤਾ, ਜੋ ਸਾਰਿਆਂ ਜੀਆਂ ਦਾ, ਜੀਵਾਂ ਦਾ ਦਾਤਾ ਇੱਕ ਹੈ। ਸਾਰਿਆਂ ਨੂੰ ਪੈਦਾ ਕਰਨ ਵਾਲਾ, ਰੋਜੀ ਦੇਣ ਵਾਲਾ, ਲੈਤਾ ਕਰਨ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਸੋ ਮੈਂ ਵਿਸਰ ਨਾ ਜਾਈ, ਮੈਨੂੰ ਉਹ ਦਾਤਾ ਦੱਦਾ ਦਾਤਾ ਇੱਕ ਹੈ। ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਉਹ ਅਕਾਲ ਪੁਰਖ ਵਾਹਿਗੁਰੂ ਖਿਨ ਮਾਤਰ ਵੀ ਵਿਸਰ ਨਾ ਜਾਵੇ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ। ਸਿੱਧਾਂ ਨੇ ਬੇਨਤੀ ਕੀਤੀ ਮਹਾਰਾਜ, ਕਿਉਂਕਿ ਸਿੱਧ ਚਾਹੁੰਦੇ ਸੀ ਕਿ ਇਹ ਜੋ ਬਾਲਕ ਹੈ, ਇਹ ਜੇਕਰ ਸਾਡੇ ਪੰਥ ਦੇ ਵਿੱਚ ਆ ਜਾਵੇਗਾ, ਸਾਡੇ ਪੰਥ ਨੂੰ ਉਜਾਲਾ ਕਰੇਗਾ, ਪ੍ਰਚਾਰ ਕਰੇਗਾ, ਜੋਗੀਆਂ ਦਾ ਪੰਥ ਬਹੁਤ ਵਧੇਗਾ। ਉਹ ਯਤਨ ਕਰ ਰਹੇ ਸਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਸਾਡੇ ਪੰਥ ਦੇ ਵਿੱਚ ਆ ਜਾਵੇ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ, ਉਹਨਾਂ ਨੂੰ ਕੌਣ ਹੈਰਾਨ ਵਾਲਾ ਸੀ। ਸਿੱਧਾਂ ਨੇ ਵਚਨ ਕੀਤੇ, ਤੁਸੀਂ ਤੀਰਥਾਂ ਦਾ ਇਸ਼ਨਾਨ ਕਰਕੇ ਆਓ। ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਬੜਾ ਭਾਰੀ ਫਲ ਮਿਲਦਾ ਹੈ। ਤੀਰਥਾਂ ਦੇ ਇਸ਼ਨਾਨ ਕਰਨ ਦਾ ਬੜਾ ਭਾਰੀ ਮਹਾਤਮ ਹੈ।
ਤਾਂ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਤੀਰਥ ਨਹਾਵਾ ਜੇ ਤੇ ਸੁਭਾਵਾ। ਕਹਿੰਦੇ ਤੀਰਥਾਂ ਦੇ ਉੱਪਰ ਇਸ਼ਨਾਨ ਕੀਤਾ ਵੀ ਉਹ ਸਫਲਾ ਹੈ ਜੇਕਰ ਮਾਲਕ ਵਾਹਿਗੁਰੂ ਨੂੰ ਭਾਉਂਦੇ ਹੋ। ਜੇਕਰ ਤੀਰਥ ਤੇ ਕੀਤਾ ਹੋਇਆ ਇਸ਼ਨਾਨ ਉਸ ਮਾਲਕ ਨੂੰ ਚੰਗਾ ਨਹੀਂ ਲੱਗਿਆ ਤਾਂ ਫਿਰ ਉਹ ਵਿਅਰਥ ਹੈ, ਸਮਾਂ ਵਿਅਰਥ ਕੀਤਾ। ਤੀਰਥਾਂ ਤੇ ਜਾਣ ਵਾਸਤੇ ਸਮਾਂ ਲੱਗਦਾ ਸੀ, ਅੱਜ ਵੀ ਤੀਰਥ ਦੇ ਉੱਪਰ ਜਾਣਾ ਹੋਵੇ ਸਮਾਂ ਲੱਗਦਾ ਹੈ, ਪਰ ਤੀਰਥ ਤੇ ਇਸ਼ਨਾਨ ਕੀਤਾ ਪਰ ਉਸ ਮਾਲਕ ਨੂੰ ਭਾਇਆ ਨਹੀਂ ਤੇ ਸਮਾਂ ਵੀ ਵਿਅਰਥ ਹੋ ਗਿਆ। ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ, ਤੀਰਥ ਨਹਾਵਾ ਜੇ ਤੇ ਸੁਭਾਵਾ। ਤੀਰਥ ਦੇ ਉੱਪਰ ਉਹੀ ਨਹਾਇਆ ਸਫਲਾ ਹੈ ਜੇਕਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਹੋਵੇ। ਵਿਣ ਭਾਣੇ ਕੇ ਨਹਾਏ ਕਰੀ। ਜੇਕਰ ਪਰਮੇਸ਼ਰ ਨੂੰ ਭਾਉਂਦਾ ਨਹੀਂ ਮਨੁੱਖ ਤੇ ਉਹ ਨਹਾਣ ਦੇ ਨਾਲ ਉਸ ਨੂੰ ਕੋਈ ਫਲ ਪ੍ਰਾਪਤ ਨਹੀਂ ਹੋਵੇਗਾ। ਜੇਤੀ ਸੇਠ ਉਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ। ਸੰਸਾਰ ਸ੍ਰਿਸ਼ਟੀ ਜਿੰਨੀ ਵੀ ਪੈਦਾ ਕੀਤੀ ਹੋਈ ਹੈ, ਜੇਤੀ ਸੇਠ ਉਪਾਈ ਵੇਖਾ। ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਪੈਦਾ ਹੋਈ ਹੈ। ਇਸ ਸ੍ਰਿਸ਼ਟੀ ਦੇ ਅੰਦਰ ਰਹਿਣ ਵਾਲੇ ਮਨੁੱਖਾਂ ਨੂੰ, ਰਹਿਣ ਵਾਲੇ ਜੀਵਾਂ ਨੂੰ ਜਿੰਨਾ ਜਿੰਨਾ ਕਰਮਾਂ ਦੇ ਵਿੱਚ ਪ੍ਰਾਰਬਧ ਲਿਖੀ ਹੋਈ ਹੈ ਉਨੀ ਪ੍ਰਾਰਬਧ ਮਿਲਣੀ ਹੈ। ਵਿਣ ਕਰਮਾਂ ਕੇ ਮਿਲਾ ਲਈ। ਕਿਸੇ ਨੂੰ ਕਰਮਾਂ ਤੋਂ ਬਗੈਰ ਕੁਝ ਮਿਲਿਆ, ਜੋ ਕਰਮਾਂ ਦੇ ਵਿੱਚ ਲਿਖਿਆ ਹੋਇਆ ਉਹ ਮਿਲਣਾ ਹੀ ਹੈ। ਤੀਰਥਾਂ ਦੇ ਉੱਪਰ ਇਸ਼ਨਾਨ ਕਰਨ ਦੇ ਨਾਲ ਨਹੀਂ ਮਿਲੇਗਾ। ਬਾਹਰ ਪਹਾੜਾਂ ਦੇ ਵਿੱਚ ਗਿਆ ਹੋਇਆ, ਧੂਣੀਆਂ ਤਾਇਆ ਹੋਇਆ, ਪੁੱਠਾ ਲਟਕਿਆ ਹੋਇਆ ਨਹੀਂ ਮਿਲੇਗਾ। ਜੋ ਕਰਮਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਵਸਤੂ ਲਿਖੀ ਹੋਈ ਹੈ ਉਹ ਮਿਲੇਗੀ। ਸੰਸਾਰ ਦੇ ਅੰਦਰ ਸ੍ਰਿਸ਼ਟੀ ਨੂੰ ਜਿੰਨੀ ਵੀ ਵਸਤੂ, ਜਿੰਨੀ ਵੀ ਕਿਸੇ ਦੇ ਕਰਮਾਂ ਦੇ ਵਿੱਚ ਲਿਖੀ ਹੋਈ ਹੈ ਉਹ ਮਿਲੇਗੀ। ਜੇਕਰ ਕਰਮਾਂ ਦੇ ਵਿੱਚ ਨਹੀਂ ਤਾਂ ਉਹ ਨਹੀਂ ਮਿਲੇਗੀ। ਤੀਰਥ ਨਹਾਵਾ ਜੇਤ ਸੁਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਜੇਤੀ ਸਰਿਠ ਉਪਾਈ ਵੇਖਾ, ਵਿਣ ਕਰਮਾ ਕੇ ਮਿਲਾ ਰੇ। ਵਿਣ ਕਰਮਾ ਕਿਛ ਪਾਇਆ ਨਾਹੀ, ਜੇ ਬਹੁਤ ਤੇਰਾ ਧਾਵਾ ਹੈ। ਇੱਕ ਛੋਟੀ ਜਿਹੀ ਬੇਨਤੀ ਨਾਲ, ਕਰਮ ਜੇਕਰ ਮਨੁੱਖ ਦੇ ਚੰਗੇ ਨਾ ਹੋਣ ਤਾਂ ਗੁਰੂ ਦੁਆਰੇ ਆਇਆ, ਗੁਰੂ ਦੀ ਸੇਵਾ ਕੀਤਿਆਂ, ਉਪਦੇਸ਼ ਸਰਵਣ ਕੀਤਿਆਂ, ਉਪਦੇਸ਼ ਨੂੰ ਕਮਾਇਆ, ਉਹ ਕਰਮ ਮਾੜੇ ਤੋਂ ਚੰਗੇ ਬਣ ਜਾਂਦੇ ਨੇ। ਆਕਾਸ਼ ਬਾਣੀ ਹੋਈ ਹੈ ਭਗਤ ਸਦਨੇ ਨੂੰ, ਨੀਂਹ ਦੇ ਵਿੱਚ ਖਲੋਤਾ ਹੈ ਭਗਤ ਸਦਨਾ। ਕਹਿੰਦੇ ਨੇ ਗਲ ਤੱਕ ਕੰਧ ਆ ਚੁੱਕੀ ਹੈ ਤੇ ਸਵਾਸ ਭਗਤ ਸਦਨੇ ਦੇ ਘੁੱਟਦੇ ਜਾ ਰਹੇ ਨੇ। ਅਕਾਲ ਪੁਰਖ ਪਰਮੇਸ਼ਰ ਨੂੰ ਇੱਕ ਉਲਾਂਭਾ ਦੇ ਰਿਹਾ ਹੈ ਕੰਧ ਦੇ ਵਿੱਚ ਖਲੋਤਾ ਹੋਇਆ ਭਗਤ ਸਦਨਾ ਕਿ ਮਹਾਰਾਜ ਮੈਂ ਤੁਹਾਡੀ ਬੰਦਗੀ ਕੀਤੀ, ਸਿਮਰਨ ਕੀਤਾ, ਪਰ ਉਸ ਦਾ ਫਲ ਮੈਨੂੰ ਆ ਮਿਲਿਆ, ਮੈਨੂੰ ਨੀਂਹ ਦੇ ਵਿੱਚ ਚਿਣਿਆ ਜਾ ਰਿਹਾ ਹੈ। ਕਹਿੰਦੇ ਆਕਾਸ਼ ਬਾਣੀ ਹੋਈ ਭਗਤ ਸਦਨਾ, ਤੇਰੇ ਕਰਮਾਂ ਦੇ ਵਿੱਚ ਇਹ ਲਿਖਿਆ ਹੋਇਆ ਸੀ ਦੁੱਖ, ਇਸ ਕਰਕੇ ਤੈਨੂੰ ਮਿਲ ਰਿਹਾ ਏ। ਤਾਂ ਭਗਤ ਨੇ ਬੇਨਤੀ ਕੀਤੀ, ਤਬ ਗੁਣ ਕਹਾ ਜਗਤ ਗੋਰਾ, ਜੋ ਕਰਮ ਨਾ ਨਾਸੈ, ਸਿੰਘ ਸਰਨ ਕਤ ਜਾਗਿਆ, ਜੋ ਜੰਬੁਕ ਗਰਾਸੈ। ਤੇਰੇ ਗੁਣ ਗਾਉਣ ਦਾ ਫਾਇਦਾ ਕੀ, ਸਾਡੇ ਕਰਮ ਮਾੜਿਆਂ ਤੋਂ ਚੰਗੇ ਨਾ ਬਣਨ। ਸ਼ੇਰ ਦੀ ਸ਼ਰਨ ਦੇ ਵਿੱਚ ਜਾਣ ਦਾ ਫਾਇਦਾ ਕੀ, ਜੇਕਰ ਰਸਤੇ ਦੇ ਵਿੱਚ ਗਿੱਦੜ ਹੀ ਖਾ ਜਾਣ। ਤੇ ਉਸ ਸਮੇਂ ਭਗਤ ਸਦਨੇ ਦੀ ਰੱਖਿਆ ਹੋਈ। ਕਰਮ ਮਾੜਿਆਂ ਤੋਂ ਚੰਗੇ ਬਣਦੇ ਨੇ ਸਤ ਸੰਗਤ ਦੇ ਵਿੱਚ ਆ ਕੇ, ਗੁਰੂ ਦੇ ਉਪਦੇਸ਼ ਨੂੰ ਕਮਾ ਕੇ। ਜੇਕਰ ਕਿਸੇ ਨੇ ਜੋਤ ਛਪੀ ਲਾਇਆ ਹੋਵੇ ਕਿ ਤੇਰੇ ਕਰਮਾਂ ਦੇ ਵਿੱਚ ਇਹ ਨਹੀਂ ਵਸਤੂ, ਜਾਂ ਕਿਤੇ ਗੁਰੂ ਘਰ ਦੇ ਵਿੱਚੋਂ ਇਹ ਨਾ ਵੀ ਹੋ ਜਾਵੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਬੀਬਾ ਤੇਰੇ ਕਰਮਾਂ ਦੇ ਵਿੱਚ ਪੁੱਤਰ ਦੀ ਵਸਤੂ ਨਹੀਂ ਲਿਖੀ ਹੋਈ, ਪਰ ਫਿਰ
ਕਿਸੇ ਮਹਾਂਪੁਰਖ ਪੂਰਨ ਬ੍ਰਹਮ ਗਿਆਨੀ ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਦੱਸੇ ਹੋਏ ਅਨੁਸਾਰ ਬੇਨਤੀ ਕੀਤੀ ਜਾਵੇ ਤਾਂ ਜਿਹੜੀ ਕਰਮਾਂ ਦੇ ਵਿੱਚ ਵਸਤੂ ਨਹੀਂ ਸੀ ਤੇ ਉਹ ਵੀ ਮਿਲ ਜਾਂਦੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿੰਨੀ ਸੰਸਾਰ ਦੇ ਅੰਦਰ ਸ੍ਰਿਸ਼ਟੀ ਹੈ ਵੇੜ ਕਰਮਾਂ ਕੇ ਮਿਲਾ ਲਈ, ਜਿੰਨੀ ਵੀ ਕਰਮਾਂ ਦੇ ਵਿੱਚ ਵਸਤੂ ਲਿਖੀ ਹੋਈ ਹੈ ਉਨੀ ਮਿਲਣੀ ਹੈ। ਇਹ ਬੇਨਤੀ ਮੈਂ ਤਾਂ ਕੀਤੀ ਹੈ ਕਿ ਸਤ ਸੰਗਤ ਦੇ ਵਿੱਚ ਆਉਣ ਦਾ ਜੋ ਫਾਇਦਾ ਹੈ ਉਹ ਕਰਮ ਮਾੜਿਆਂ ਤੋਂ ਚੰਗੇ ਬਣ ਜਾਂਦੇ ਨੇ। ਵੇੜ ਕਰਮਾਂ ਕੇ ਮਿਲਾ ਲਈ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਿੱਧ ਵਚਨ ਕਰਨ ਲੱਗੇ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਿ ਤੀਰਥਾਂ ਤੇ ਗਿਆ ਜੋ ਰਤਨ ਜਵਾਹਰ ਇਹ ਜੋ ਅਮੋਲਕ ਪਦਾਰਥ ਨੇ ਇਹਨਾਂ ਦਾ ਫਲ ਪ੍ਰਾਪਤ ਹੁੰਦਾ ਹੈ, ਇਹ ਵਸਤੂਆਂ ਪ੍ਰਾਪਤ ਹੁੰਦੀਆਂ ਨੇ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਜਿਹੜੇ ਸਿਮਰਨ ਕਰਦੇ ਨੇ ਮੱਤ ਵਿੱਚ ਰਤਨ ਜਵਾਹਰ ਮਾਨਕ, ਉਹਨਾਂ ਦੀ ਮੱਤ ਦੇ ਵਿੱਚ ਸਿਮਰਨ ਕਰਨ ਵਾਲਿਆਂ ਦੀ ਸੁਰਤ ਦੇ ਵਿੱਚ ਇਹ ਪ੍ਰਗਟ ਹੋ ਜਾਂਦੇ ਨੇ ਸਾਰੇ ਪਦਾਰਥ। ਗੁਰਾਂ ਇੱਕ ਦੇਹ 부ਝਾਈ, ਗੁਰਾਂ ਇੱਕ ਦੇਹ 부ਝਾਈ, ਉਹ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਹ ਜੋ ਉਪਦੇਸ਼ ਦਿੱਤਾ ਹੋਇਆ ਇਹ ਸਮਝ ਦਿੱਤੀ ਹੋਈ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰਿਆਂ ਜੀਵਾਂ ਦਾ ਇੱਕੋ ਪਰਮੇਸ਼ਰ ਦਾਤਾ, ਦੱਤਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋੜ ਨਾ ਆਵਈ, ਅਗੰਤ ਭਰੇ ਭੰਡਾਰ। ਇੱਕ ਅਕਾਲ ਪੁਰਖ ਵਾਹਿਗੁਰੂ ਦਾਤਾਂ ਦੇਣ ਵਾਲਾ ਹੈ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਅਕਾਲ ਪੁਰਖ ਵਾਹਿਗੁਰੂ ਕਦੇ ਸਵਾਸਾਂ ਦੇ ਵਿੱਚੋਂ ਵਿਸਰੇ ਨਾ, ਹਮੇਸ਼ਾ ਸਵਾਸ ਸਵਾਸ ਉਸ ਮਾਲਕ ਨੂੰ ਵਾਹਿਗੁਰੂ ਨੂੰ ਯਾਦ ਕਰੀਏ। ਵਿਚਾਰ ਕਰਦਿਆਂ ਹੋਇਆਂ ਬੇਅੰਤ ਹੀ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੇਸਮਝ ਜਾਣ ਕੇ ਮੁਆਫ ਕਰਨਾ, ਦਾਸ ਦੀਆਂ ਭੁੱਲਾਂ ਨਾ ਚਤਾਰਨਾ ਜੀ। ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵਸਾਉਣਾ, ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।